ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸ਼ੋਭਾਇਮਾਨ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀ ਬਹੁਤ ਹੀ ਅਦਬ ਸਤਿਕਾਰ ਸਹਿਤ ਸਿੰਘ ਸਾਹਿਬ ਦੀ ਰਸਨਾ ਪਾਸੋਂ ਪਵਿੱਤਰ ਹੁਕਮਨਾਮਾ ਸਾਹਿਬ ਸਰਵਣ ਕਰ ਰਹੇ ਸੀ। ਪਵਿੱਤਰ ਹੁਕਮਨਾਮੇ ਸਾਹਿਬ ਦੀ ਵਿਚਾਰ ਨਾਲ ਜੁੜਨ ਦਾ ਯਤਨ ਕਰਾਂਗੇ। ਜਿਤਨੀ ਵੀ ਸੰਗਤ ਗੁਰੂ ਚਰਨਾਂ ਵਿੱਚ ਵਿਰਾਜਮਾਨ ਹੈ, ਵਿਚਾਰਾਂ ਦੀ ਆਰੰਭਤਾ ਤੋਂ ਪਹਿਲਾਂ ਗੁਰੂ ਫਤਿਹ ਦੀ ਸਾਂਝ ਕਰੋ। ਗੱਜ ਵੱਜ ਕੇ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦੇ ਹੁਕਮਨਾਮੇ ਸਾਹਿਬ ਅੰਦਰ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਫਰਮਾਨ ਕਰਦੇ ਹਨ। ਪਹਿਲਾ ਹੀ ਰਹਾਉ ਦਾ ਬੰਦ ਹੈ। ਜੈਤਸਰੀ ਮਹੱਲਾ ਪੰਜਵਾਂ। ਜੈਤਸਰੀ ਰਾਗ ਅੰਦਰ ਮਹਿਲ ਭਾਵ ਗੁਰੂ ਸਾਹਿਬ ਮਹਾਰਾਜ ਜੀ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦਾ ਇਹ ਉਚਾਰਨ ਕੀਤਾ ਹੋਇਆ ਸ਼ਬਦ, ਕੋਈ ਜਨ ਹਰਿ ਸਿਉ ਦੇਵੈ ਜੋਰ। ਇਹ ਭਾਈ ਕੋਈ ਸੇਵਕ, ਜਨ ਮੈਨੇ ਸੇਵਕ, ਜਨ ਮੈਨੇ ਪਿਆਰਾ, ਜਨ ਮੈਨੇ ਗੁਰਮੁਖ। ਕੋਈ ਐਸਾ ਸੇਵਕ ਗੁਰਮੁਖ ਸਤਿਪੁਰਸ਼ ਸੰਤ ਜਨ ਮੈਨੂੰ ਪ੍ਰਮਾਤਮਾ ਦੇ ਹਰੀ ਦੇ ਚਰਨਾਂ ਨਾਲ ਜੋਰ ਦੇਵੇ। ਮਹਾਰਾਜ ਕਹਿੰਦੇ ਹਨ, ਮੈਂ ਆਪਣੀ ਰਸਨਾ ਦੇ ਨਾਲ ਉਹਦੇ ਧੰਨਵਾਦ ਦੇ ਗੀਤ ਗਾਵਾਂਗਾ, ਖੁਸ਼ੀ ਨਾਲ। ਜੋ ਕੋਈ ਸਾਨੂੰ ਚੀਜ਼ ਕੋਈ ਪ੍ਰਾਪਤ ਹੋ ਜਾਂਦੀ ਹੈ ਕਿਸੇ ਮਨੁੱਖ ਦੇ ਰਾਹੀਂ, ਤੇ ਅਸੀਂ ਸ਼ੁਕਰਾਨੇ ਵਜੋਂ ਉਹਦਾ ਧੰਨਵਾਦ ਕਰਦੇ ਹਾਂ। ਸੱਚੇ ਪਾਤਸ਼ਾਹ ਮਹਾਰਾਜ ਗੁਰੂ ਅਰਜਨ ਸਾਹਿਬ ਜੀ ਕਹਿੰਦੇ ਹਨ, ਕੋਈ ਸੇਵਕ, ਕੋਈ ਜਨ ਪ੍ਰਮਾਤਮਾ ਦਾ ਦਾਸ ਮੈਨੂੰ ਵਾਹਿਗੁਰੂ ਦੇ ਚਰਨਾਂ ਨਾਲ ਜੋਰ ਦੇਵੇ। ਤੇ ਮਹਾਰਾਜ ਕਹਿੰਦੇ ਹਨ, ਚਰਨ ਗਹੋਂ ਬਕੋਂ ਸ਼ੁਭ ਰਸਨਾ। ਮੈਂ ਉਹਦੇ ਚਰਨਾਂ ਨੂੰ ਫੜ ਲਵਾਂ, ਇੰਨੀ ਨਿਮਰਤਾ ਹੈ। ਚਰਨ ਗਹੋਂ ਬਕੋਂ ਸ਼ੁਭ ਰਸਨਾ, ਦੀਜੈ ਪ੍ਰਾਨ ਅਕੋਰ। ਮੈਂ ਉਸਦੇ ਚਰਨਾਂ ਨੂੰ ਨਮਸਕਾਰ ਕਰਾਂ। ਜੇ ਕੋਈ ਪ੍ਰਮਾਤਮਾ ਦਾ ਸੇਵਕ, ਹਰੀ ਦਾ ਦਾਸ ਮੈਨੂੰ ਵਾਹਿਗੁਰੂ ਦੇ ਚਰਨਾਂ ਨਾਲ ਜੋੜ ਦੇਵੇ। ਸਤਿਗੁਰੂ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦਾ ਹੀ ਪਵਿੱਤਰ ਸ਼ਬਦ ਹੈ। ਮਹਾਰਾਜ ਕਹਿੰਦੇ ਹਨ, ਇਹ ਵਾਹਿਗੁਰੂ, ਜਿਹੜੇ ਤੇਰੇ ਨਾਮ ਜਪਣ ਵਾਲੇ ਸੇਵਕ ਸਾਨੂੰ ਸੰਗਤਾਂ ਨੂੰ ਵਾਹਿਗੁਰੂ ਜੀ ਆਪ ਜੀ ਦੇ ਚਰਨਾਂ ਨਾਲ ਜੋੜਦੇ ਹਨ, ਮੇਰਾ ਦਿਲ ਕਰਦਾ ਹੈ ਕਿ ਮੈਂ ਆਪਣੇ ਕੇਸਾਂ ਦਾ ਉਹਨਾਂ ਤੋਂ ਚਵਰ ਕਰ ਦੇਵਾਂ। ਆਖੋ ਸਤਨਾਮ ਸ੍ਰੀ। ਕੇਸਾਂ ਕਾ ਕਰ ਚਵਰ ਟੁਲਾਵਾਂ, ਚਰਨ ਧੂੜ ਮੁਖ ਲਾਏ। ਮੈਂ ਉਹਨਾਂ ਦੇ ਚਰਨਾਂ ਦੀ ਧੂੜ, ਮਹਾਰਾਜ ਨੇ ਕਿਹਾ, ਮੈਂ ਚਰਨ ਪਕੜ ਲਵਾਂ ਉਹਦੇ। ਅੱਗੇ ਜਾ ਕੇ ਚਰਨ ਪਕੜ ਲਵਾਂ, ਜਿਹੜੇ ਤੇਰੇ ਨਾਮ ਨਾਲ ਜੋੜਦੇ ਹਨ, ਜਿਹੜੇ ਤੇਰੇ ਘਰ ਨਾਲ ਜੋੜਦੇ ਹਨ, ਜਿਹੜੇ ਗੁਰਬਾਣੀ ਦਾ ਕੀਰਤਨ ਸੁਣਾਉਂਦੇ ਹਨ, ਜਿਹੜੇ ਗੁਰਬਾਣੀ ਦੀ ਵਿਚਾਰ ਦੱਸਦੇ ਹਨ, ਜਿਹੜੇ ਮੇਰੇ ਭਲੇ ਦੀ ਅਰਦਾਸ ਕਰਦੇ ਹਨ। ਮਹਾਰਾਜ ਕਹਿੰਦੇ, ਮੈਂ ਉਹਨਾਂ ਦੇ ਚਰਨ ਪਕੜ ਲਵਾਂ। ਜੇ ਕੋਈ ਐਸਾ ਦਾਸ ਮੈਨੂੰ ਵਾਹਿਗੁਰੂ ਦੇ ਚਰਨਾਂ ਨਾਲ ਜੋੜ ਦੇ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਆਸਾ ਕੀ ਵਾਰ ਵਿੱਚ ਕਹਿੰਦੇ ਹਨ, ਦਾਨ ਮਹਿੰਡਾ ਤਲੀ, ਆਖ ਜੇ ਮਿਲੇ ਤਾਂ ਮਸਤਕ ਲਾਈਏ। ਤਲੀ ਕਹਿੰਦੇ ਨੇ ਪੈਰਾਂ ਦੀਆਂ ਤਲੀਆਂ ਨੂੰ। ਇਹ ਨਾਮ ਜਪਣ ਵਾਲੇ ਜਿਹੜੇ ਹਨ, ਰੱਬ ਦੀ ਬੰਦਗੀ ਕਰਨ ਵਾਲੇ, ਉਹਨਾਂ ਦੇ ਪੈਰਾਂ ਦੀ ਤਲੀਆਂ ਦੀ ਧੂੜ ਮਿਲ ਜਾਏ। ਦੇਖੋ ਕਿੰਨੀ ਨਿਮਰਤਾ ਹੈ। ਜਿੱਥੇ ਗਿਆਨ ਦੀ ਗੱਲ ਆਈ ਹੈ, ਉੱਥੇ ਗੁਰੂ ਸਾਹਿਬ ਨੇ ਗਿਆਨ ਦੀ ਹੀ ਗੱਲ ਕੀਤੀ ਹੈ, ਤੇ ਜਿੱਥੇ ਨਿਮਰਤਾ ਦੀ ਗੱਲ ਆਈ, ਉੱਥੇ ਫਿਰ ਨਿਮਰਤਾ ਦੀ ਗੱਲ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਜਦੋਂ ਮਹਾਰਾਸ਼ਟਰ ਦੀ ਧਰਤੀ ਤੇ ਗਏ ਨੇ, ਉੱਥੇ ਦਾਤੂ ਦੀ ਸਮਾਧ ਤੇ ਭਾਈ ਜੈਤ ਰਾਮ ਬੈਠਾ ਹੋਇਆ ਹੈ। ਪਹਿਲੀ ਮੁਲਾਕਾਤ ਗੁਰੂ ਗੋਬਿੰਦ ਸਿੰਘ ਜੀ ਦੀ ਜਿਹੜੀ ਹੈ, ਉਹ ਜੈਤ ਰਾਮ ਨਾਲ ਹੁੰਦੀ। ਔਰ ਜੈਤ ਰਾਮ ਹੀ ਦੱਸਦਾ ਹੈ ਕਿ ਇੱਥੇ ਇੱਕ ਬੈਰਾਗੀ ਸਾਧੂ ਬੈਠਾ ਹੈ, ਕਿ ਉਹ ਸਾਧੂ ਸੰਤਾਂ ਨਾਲ, ਆਮ ਲੋਕਾਂ ਨਾਲ ਬੜੇ ਮਸ਼ਕਰੀਆਂ ਕਰਦਾ ਹੈ, ਉਹਨਾਂ ਨੂੰ ਡਰਾਉਂਦਾ ਹੈ, ਧਮਕਾਉਂਦਾ ਹੈ। ਗੁਰੂ ਸਾਹਿਬ ਮਹਾਰਾਜ ਜੀ ਜਦੋਂ ਗੁਰੂ ਗੋਬਿੰਦ ਸਿੰਘ ਜੀ ਜੈਤ ਰਾਮ ਨੂੰ ਮਿਲੇ ਹਨ, ਤਾਂ ਮਹਾਰਾਜ ਨੇ ਪੁੱਛਿਆ ਵੀ ਜੈਤ ਰਾਮ ਦਾ ਸਿਧਾਂਤ ਕੀ ਹੈ।
ਹੁਣ ਸਤਿਗੁਰੂ ਪੁੱਛ ਰਹੇ ਨੇ ਵੀ ਤੁਹਾਡਾ ਸਿਧਾਂਤ ਕੀ ਹੈ, ਤੁਸੀਂ ਇਸ ਡੇਰੇ ਦੇ ਆਗੂ ਹੋ। ਉਹ ਕਹਿੰਦਾ ਫਿਰ ਸਾਡੇ ਦਾਦੂ ਦਾ ਜਿਹੜਾ ਸਿਧਾਂਤ ਹੈ, ਦਾਦੂ ਦਾਵਾ ਦੂਰ ਕਰ ਕਲ ਕਾ ਲੀਜੈ ਭਾਏ, ਕਿ ਜੇ ਕੋਈ ਸਾਡੇ ਘਰ ਮਾਰਨ ਵਾਸਤੇ ਵੀ ਆਵੇ, ਸਾਡੀ ਇੰਨੀ ਨਿਮਰਤਾ ਵੀ ਅਸੀਂ ਉਹਦੇ ਪੈਰ ਫੜ ਲੈਂਦੇ ਹਾਂ। ਦਾਦੂ ਦਾਵਾ ਦੂਰ ਕਰ, ਮਨ ਵਿੱਚ ਗੁੱਸਾ ਨਹੀਂ ਰੱਖਦੇਗੇ ਔਰ ਕੋਈ ਦਾਵਾ ਨਹੀਂ ਰੱਖਦੇਗੇ। ਕਲ ਕਾ ਲੀਜੈ ਭਾਏ, ਜੇ ਕੋ ਮਾਰੈ ਈਟ ਢੀਮ, ਪੱਥਰ ਜਾਂ ਇੱਟ ਮਾਰੇ ਕੋਈ ਤੇ ਕਹਿਣ ਲੱਗੇ ਅਸੀਂ ਉਹਨੂੰ ਵੀ ਨਮਸਕਾਰ ਕਰਦੇ ਹਾਂ, ਮਾਰਦੇ ਨਹੀਂ ਹਾਂ। ਇੰਨੀ ਨਿਮਰਤਾ ਹੈ। ਸਾਡੇ ਦਾਦੂ ਦਾ ਇਹ ਸਿਧਾਂਤ ਹੈ। ਜਦੋਂ ਮਹਾਰਾਜ ਜੀ ਦੇ ਨਾਲ ਵਾਰਤਾਲਾਪ ਹੋਈ ਤਾਂ ਹੁਣ ਜੈਤ ਰਾਮ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਪੁੱਛਦਾ ਹੈ ਕਿ ਮਹਾਰਾਜ ਤੁਸੀਂ ਗੁਰੂ ਨਾਨਕ ਦੀ ਗੱਦੀ ਦੇ ਵਾਰਿਸ ਹੋ, ਹੋਰ ਗੁਰੂ ਨਾਨਕ ਦੇ ਘਰ ਦਾ ਕੀ ਸਿਧਾਂਤ ਹੈ, ਤੁਹਾਡਾ ਕੀ ਸਿਧਾਂਤ ਹੈ? ਤੇ ਗੁਰੂ ਸਾਹਿਬ ਮਹਾਰਾਜ ਜੀ ਕਹਿੰਦੇ ਹਨ, ਗੁਰੂ ਨਾਨਕ ਦਾ ਘਰ ਦਾ ਸਿਧਾਂਤ ਹੈ, ਫਰੀਦਾ ਜੋ ਤੈ ਮਾਰਨ ਮੁਕੀਆਂ ਤਿਨਾ ਨਾ ਮਾਰੇ ਘੁੰਮ, ਆਪਨੜੇ ਕਰ ਜਾਈਐ ਪੈਰ ਤਿਨਾ ਦੇ ਚੁੰਮ। ਇੰਨੀ ਨਿਮਰਤਾ ਹੈ ਕਿ ਪੈਰ ਚੁੰਮ ਲਈਏ ਉਹਨਾਂ ਦੇ। ਪਰ ਮਹਾਰਾਜ ਕਹਿੰਦੇ ਨੇ ਵੀ ਗੁਰੂ ਨਾਨਕ ਦੇ ਘਰ ਦੀ ਨਿਮਰਤਾ ਦੀ ਸੀਮਾ ਹੈ। ਜੋ ਘਰ ਵਿੱਚ ਆਵੇ ਉਹਨੂੰ ਦੇਗ ਮਿਲਦੀ ਹੈ, ਜਿਹੜਾ ਨਿਮਰਤਾ ਨਾਲ ਆਵੇ ਉਸ ਨੂੰ ਦੇਗ ਮਿਲਦੀ ਹੈ, ਤੇ ਜਿਹੜਾ ਹੰਕਾਰ ਨਾਲ ਆਵੇ ਉਸ ਨੂੰ ਤੇਗ ਮਿਲਦੀ ਹੈ। ਤੇਗ ਤੇਗ ਜਗ ਮੈਂ ਦੋ ਚੱਲੈ। ਜਦੋਂ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਖਾਲਸਾ ਰਾਜ ਸਟੈਬਲਿਸ਼ ਕੀਤਾ, ਉਹਨਾਂ ਨੇ ਲੋਹਗੜ੍ਹ ਦਾ ਕਿਲਾ ਪਹਿਲੀ ਰਾਜਧਾਨੀ ਬਣਾਈ ਔਰ ਉਹਦੇ ਅੰਦਰ ਮੋਹਰਾਂ ਚਲਾਈਆਂ ਗਈਆਂ ਸੋਨੇ ਦੀਆਂ। ਉਹਨਾਂ ਮੋਹਰਾਂ ਤੇ ਲਿਖਿਆ ਹੋਇਆ ਹੈ, ਅੱਜ ਵੀ ਤੁਸੀਂ ਹਰਿਮੰਦਰ ਸਾਹਿਬ ਜਦੋਂ ਜਾਓ, ਅਜਾਇਬ ਘਰ, ਪਿਆਰ ਨਾਲ ਆਖੋ ਸਤਨਾਮ ਸ੍ਰੀ। ਅੱਜ ਕੱਲ ਮਾਫ ਕਰਨਾ, ਗੁਰਦੁਆਰੇ ਵੀ ਮਨੋਰੰਜਨ ਲਈ ਰਹਿ ਗਏ। ਪਿਆਰ ਨਾਲ ਆਖੋ ਸਤਨਾਮ ਸ੍ਰੀ। ਹੋ ਸਕਦਾ ਮੈਂ ਗਲਤ ਹੋਵਾਂ, ਹੋ ਸਕਦਾ ਹੈ ਮੈਂ ਗਲਤ ਹੋਵਾਂ, ਪਰ ਜ਼ਿਆਦਾਤਰ ਅੱਜ ਕੱਲ ਇਹੀ ਹੋ ਰਿਹਾ ਹੈ। ਅੱਜ ਮਨੁੱਖ ਗੁਰਬਾਣੀ ਨਾਲ ਨਹੀਂ ਜੁੜ ਰਿਹਾ, ਉਹ ਕਥਾ ਨਾਲ ਨਹੀਂ ਜੁੜ ਰਿਹਾ, ਉਹ ਕਥਾਵਾਚਕ ਨਾਲ ਜੁੜ ਰਿਹਾ। ਕਿ ਉਹ ਬੰਦਾ ਕਥਾ ਵਧੀਆ ਕਰਦਾ, ਕਥਾ ਤਾਂ ਹੈ ਗੁਰਬਾਣੀ ਦੀ ਹੈ ਨਾ ਜੀ। ਕੀਰਤਨਕਾਰ ਕੀਰਤਨ ਵਧੀਆ ਕਰ ਰਿਹਾ, ਉਹ ਕੀਰਤਨ ਗੁਰਬਾਣੀ ਦੇ ਕੀਰਤਨ ਨਾਲ ਨਹੀਂ ਜੁੜ ਰਿਹਾ, ਜਿਹੜਾ ਕੀਰਤਨ ਕਰਤਾ ਹੈ ਉਹਦੇ ਨਾਲ ਜੁੜ ਰਿਹਾ। ਬਸ ਇਹੀ ਫਰਕ ਹੈ। ਅਸੀਂ ਗੁਰਬਾਣੀ ਨਾਲ ਜੁੜਨਾ ਹੈ, ਕਿਸੇ ਕਥਾਕਾਰ ਨਾਲ ਨਹੀਂ ਜੁੜਨਾ। ਜੋ ਗੁਰਬਾਣੀ, ਜੋ ਗੁਰ ਕਹੈ, ਸਾਰੇ ਜਣੇ ਬੋਲੋ, ਜੋ ਗੁਰ ਕਹੈ ਸੋਈ ਹਰ ਹਰ ਕਥਾ ਨਿਰਾਲੀ। ਜੋ ਗੁਰੂ ਕਹਿ ਰਿਹਾ ਉਹ ਹੈ, ਉਹਦੇ ਨਾਲ ਜੁੜਨਾ ਹੈ, ਸ਼ਬਦ ਨਾਲ ਜੁੜਨਾ ਹੈ। ਸ਼ਬਦ ਗੁਰ ਪੀਰਾ ਗਹਿਰ ਗੰਭੀਰਾ। ਉਹ ਕਹਿੰਦੇ ਸਾਡੇ ਘਰ ਦੀ ਨਿਮਰਤਾ ਹੈ। ਨਿਮਰਤਾ ਨਾਲ ਆਏ ਨੂੰ ਦੇਗ, ਹੰਕਾਰ ਨਾਲ ਆਏ ਨੂੰ ਤੇਗ। ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਜਦੋਂ ਰਾਜ ਦੀਆਂ ਮੋਹਰਾਂ ਚਲਾਈਆਂ, ਉਹਨਾਂ ਤੇ ਲਿਖਿਆ ਹੋਇਆ, ਦੇਗੋ ਤੇਗੋ ਫਤਿਹੋ ਨੁਸਰਤ ਬੇਦ ਰੰਗ, ਜਾਫਤ ਅੱਜ ਨਾਨਕ ਗੁਰੂ ਗੋਬਿੰਦ ਸਿੰਘ। ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਕਿਰਪਾ, ਗੁਰੂ ਨਾਨਕ ਦੀ ਚਲਾਈ ਹੋਈ ਦੇਗ ਅਤੇ ਗੁਰੂ ਗੋਬਿੰਦ ਸਿੰਘ ਦੀ ਚਲਾਈ ਹੋਈ ਤੇਗ ਦੇ ਨਾਲ ਇਹ ਖਾਲਸਾ ਰਾਜ ਆਇਆ ਹੈ। ਇਹ ਨਿਮਰਤਾ ਹੈ। ਸਤਿਗੁਰੂ ਮਹਾਰਾਜ ਕਹਿੰਦੇ ਗੁਰੂ ਗੋਬਿੰਦ ਸਿੰਘ ਜੀ ਕਿ ਗੁਰੂ ਨਾਨਕ ਦੇ ਘਰ ਦੀ ਨਿਮਰਤਾ ਹੈ। ਨਿਮਰਤਾ ਇਹ ਹੈ, ਦਾਨ ਮਹਿੰਡਾ ਤਲੀ ਖਾਕ, ਜੇ ਮਿਲੇ ਤਾਂ ਮਸਤਕ ਲਾਈਏ। ਜੋ ਦਿਸੈ ਗੁਰ ਸਿੱਖੜਾ ਤਿਸ ਨਿਮ ਨਿਮ ਲਾਗੋਂ ਪਾਏ ਜੀਓ। ਇੰਨੀ ਨਿਮਰਤਾ ਹੈ, ਪਰ ਇਹਦੀ ਸੀਮਾ ਹੈ। ਕੋਈ ਮਾਰਨ ਵਾਸਤੇ ਆਵੇ ਤੇ ਫਿਰ ਉਸ ਨੂੰ ਬਖਸ਼ਿਆ ਵੀ ਨਹੀਂ ਜਾਂਦਾਗਾ। ਪਹਿਲਾਂ ਹੈ ਅਪੀਲ, ਫਿਰ ਹੈ ਦਲੀਲ, ਔਰ ਤੀਸਰਾ ਹੈ ਸ਼ਮਸ਼ੀਰ। ਜਬੈ ਬਾਨ ਲਾਗਿਓ ਤਬੈ ਰੋਸ ਜਾਗਿਓ। ਇਹ ਵੀ ਨਿਮਰਤਾ ਹੈ। ਮਹਾਰਾਜ ਕਹਿੰਦੇ ਇੰਨੀ ਨਿਮਰਤਾ ਹੈ। ਭਾਈ ਗੋਪਾਲਾ ਜੀ ਨੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਜਪਜੀ ਸਾਹਿਬ ਦਾ ਪਾਠ ਸੁਣਾਇਆ ਦਿਲੋਂ ਜੁੜ ਕੇ। ਇੰਨੀ ਨਿਮਰਤਾ ਹੈ, ਇੰਨਾ ਦਿਲੋਂ ਜੁੜ ਕੇ ਪਾਠ ਨਾਲ ਸਤਿਗੁਰੂ ਮਹਾਰਾਜ ਔਰ ਮਨ ਕਰਾਇਆ ਕਿ ਗੁਰੂ ਨਾਨਕ ਸਾਹਿਬ ਦੀ ਗੱਦੀ ਤੇ ਹੀ ਇਸ ਨੂੰ ਬਿਠਾ ਦਈਏ, ਆਪਣੇ ਸਿੰਘਾਸਨ ਤੇ ਬਿਠਾ ਦਈਏ।
पर गोपाला जी दे मन च ਇਹ ਚੱਲ ਰਿਹਾ ਸੀ कि गुरु हरगोबिंद साहब महाराज इन्ने प्रसन्न होए ने, ਜਿਹੜੇ काबल तो घोड़े आए ने शायद वो मैनू दे देण। उन्हें मंगी बड़ी छोटी मंगी है। गुरु गोबिंद सिंह महाराज जी कहते ने भीम चंद राजा निमरता नाल आ जांदा ते हो सकदा उन्होंने आनंदपुर ही दे देंदे असीं, जे हंकार नाल आया तो उसनूं कुछ नहीं मिलना। इन्नी निमरता है। सतगुरु गुरु गोबिंद सिंह दरबार ते ਜਿਹੜੀਆਂ कल वस्तुआं दा जिक्र होया, मैं फिर दोहरा दा। रतन राय असाम तो भेटा लैके आउंदा, प्रसादी हाथी चंदन की चौंकी ते 5 कला शस्त्र, 5 भेटां दे रूप विच आउंदे ने। भीमचंद राजा इस दरबार विच बैठा होया है और गुरु गोबिंद सिंह महाराज जी दे दरबार की शानो शौकत देख के मन विच ये फुरना आउंदा है कि यह चीज़ां वस्तुआं मेरे दरबार च आ जाण ते मेरी शानो शौकत होर वध जाएगी। साध संगत फिर वो मन ही मन विच सोचता है, मना जिस गुरु दे शान दा रुतबा इन्ना महान है, जिस गुरु दी शान इन्नी महान है, तू उहदा सिख बन जा। फिर सोचता है कि मैं जे मंग लईआं मैं राजा काहदा होया। राजा तो दिंदा है ना, राजा मंगदा नहीं, मैं तो भिखारी हाँ, मंगिया नहीं। और शानो शौकत वेख के गुरु दे घर दी हैरान हो जाता है। फिर अपने महलों में जाके अपने घर जाके चिट्ठी लिखता गुरु गोबिंद सिंह महाराज नूं, भीमचंद राजा, जिहड़ियां असाम तो वस्तुआं आईयां ने वो तुसीं सानूं दे दो। मेरे पुत्र अजमेर चंद की शादी है, साडे विआह दी रौनक होर वध जाएगी। गुरु साहब जी जानते सन कि यह कपटी बिरती वाला इन्हें वापस नहीं करनी आ। महाराज ने जवाब भेजिया सीगा कि गुरु नानक दे घर दीआं वस्तुआं किसी राजे महाराजिਆਂ दे महलों दी शानो शौकत नहीं बनदियां। ये गुरु नानक दे घर दीआं वस्तुआं हन। साध संगत महाराज कहते जे निमरता नाल मंग लवे, प्यार नाल मंग ले ते सारा कुछ दे देवांगे, पर हंकार नाल मिले जो शरणे आवे तिस कंठ लावे। जो शरण विच आ जांदा गुरु दी। साध संगत सतगुरु गुरु अर्जन साहब महाराज जी अज दे पितर शब्द विच फरमान करने, जे कोई परमात्मा दा सेवक, कोई दास नाम जपण वाला मैनू चरना नाल जोड़ देवे। मैं बेनती कर रहा जिन्ने आप जी सुन रहे हो, जिथे तुसी आप आ रहे हो, कल तो कोशिश करियो भी अपना एक गवांडी भी नाल लैके आए। आखो सतनाम श्री। ये सेवा होएगी तुहाडी भी असीं किसी एक बंदे नूं जोड़ दिता है। जे मेरियां 2 भैणां आउंदियां ने ते एक भैण नूं होर नाल लैके आण। जे मेरे वीर आ रहे ने तो कोशिश करन किसी दे घर जाण। बड़ा औखा काम है, आखण औखा साचा नाओ। सारे काम सौखे ने, पर किसी नूं घर तो गुरुद्वारे लैके आउणा सब तो औखा काम है। जे तुसीं ये कर दिता ते तुहाडा आया सफल, जीवन सफल। महाराज कहते एक नूं जोड़ दिओ। जे एक ही जुड़ गया, इनका एक जिस जी बसावै कोटन में नानक कहू नारायण जे चीत। करोड़ां दी गल है उत्थे ते गल लखां दी हजारां दी नहीं है, करोड़ां विचों ये बड़ा वड्डा पुण्य है। कर साधु अंजलि पुन वड्डा है, कर गंडौत पुन वड्डा है। ये वड्डा पुन करोगे तुसी साध संगत जदों गुरु दे चरनां नाल किसे नूं जोड़ दो। महाराज कहंदे ने मैं चरण पकड़ा उते, चरण गहों अकों शुभ रसना। मैं धन्नवाद दे गुण गायन करा उते, जिहड़ा मैनूं रब दे नाम नाल जोड़ रहा है। असीं रोज अरदास करते हैं, भाई साहब जी अरदास विच एक लफज कहते ने, सेई प्यारे मेल जिन्ना मिलिया तेरा नाम चेते आवे। ऐसे गुरमुख जन। सतगुरु गुरु अर्जन साहब महाराज कहते ने, भाग ठड़े हर संत तुम्हारे जिन कर तन हर नामा। परवान गणी से आए सफल तिना के कामा। ये वाहिगुरु तेरे नाम जपण वाले गुरमुख जन संत जन भागां वाले ने, उन्हां दा आउणा इस संसार ते सफल हो गया। परवान गणी से आए सफल तिना के कामा।
मेरे राम हर जन कहो बल जाई। हे मेरे राम, हे मेरे प्रभु, हर जन कह, हरि दे जन, इत्थे भी है कोई जन हर स्यों देवै जोर। हर जन कहो बल जाई, जेड़े नाम जपण वाले ने, जेड़े भला सोचते हैं। किन्ने साडे वीर सेवावां कर रहे हैं। कोई दवाई देखो, बंगला साहिब जाओ, एक वीर मलम पट्टियां दवाइयां लैके सेवा कर रहा है, कोई चाह की सेवा कर रहा है, कोई लंगर की सेवा कर रहा है, कोई जोड़े झाड़न की सेवा कर रहा है। परवान गणी से ही आए सफल तिना के कामा। मेरे राम हर जन कहो बल जाई। केसा का कर चवर टुलावा चरण तूड़। मुख लाई जन्म मरण दोहू मैं नाही जन। पर उपकारी आए, पर उपकारी आए जन, पर उपकारी आए, पर उपकारी आए जन, पर उपकारी आए। पर जन्म मरण दोहू मैं नाही, जन्म मरण दोहू मैं नाही जन्म। जन पर उपकारी आए। हो कृपाल स्वामी मेरे संता संग विहावै। तुदों पुले से जम जम मरदे, तिन कदे न चूकने हावै। जिन्ना सास गिरास न विसरै, हर नामा मन मंत। धन से ही नानका पूरन, सोई संत नानक कचड़ियां स्यों तोड़। ये नानक कच्चियां दा साथ छड़ दे, ढूंढ सज्जण संत पक्कियां। पक्के लभ लै, कच्चियां नूं छड़ दे, जिहड़े तैनूं माड़े पासे लैके जांदे हन। जे किते थिएटर च फिल्म लगी होवे ना, ते नाल पड़ोसी कहंदा भी मेरी भी टिकट लै ली, 500 रुपया मेरे तो लै जा। अज ये है समा। आखो सतनाम श्री। सानू बजुर्ग दस रहे सी भी जदों आ टीवी नहीं हुंदे सी, उदों गुरुद्वारे भरे हुंदे सीगे। आखो सतनाम श्री। जदों टीवी ने, मैनूं बजुर्ग दस रहे सन इत्थे भी संगत के अंदर चाह हुंदा सीगा, उमंग हुंदी सी, दर्शन देख जीवा गुर तेरा। कहंदे अज ते टीवी च दर्शन हुंदे ने तां लोग गुरुद्वारे नहीं आउंदे। अगला कहंदा टीवी च दर्शन कर ले, नहीं अच्छी गल है, मुबारक है, सुनो कीर्तन बाणी, पर घट्टो घट तुसीं 20 मिनट का समा कढ के गुरुद्वारे भी जरूर आया करो। सतगुरु पातशाह महाराज जी कहंदे ने, वो कृपाल है मेरे वाहिगुरु, मेरे ते कृपा कर। स्वामी मेरे संतां संग विहावै, विहावै मैंने जिंदगी, मेरी जिहड़ी जिंदगी है तेरे सतपुरुषां दी संगत विच गुजर जावे। ओ कृपाल स्वामी मेरे संतां संग विहावै। तुदों भूले से जम जम मरदे, जिहड़े वाहिगुरु तेनों भुल गए हैं। सतगुरु महाराज कहंदे ने, जिहड़े तेनों भुल गए हैं, हर बिसरत सदा खुवारी। ताको धोखा कहां व्यापै, जाको ओढ़ तुहारी। जिन्होंने अकाल पुरख दा आसरा है। कई वीर इस करके गुरुद्वारे नहीं आउंदे, कहंदे जी असीं दुकान जल्दी खोलनी हुंदी है। अच्छी गल है, कारोबार अरदास है वाहिगुरु तुहाडा चढ़दी कला च होवे। छत्तीसगढ़ दे अंदर 2 भरा हन, उन्हां दा बुक स्टोर है समथिंग। वो शनि और ऐतवार नूं दुकान बंद रखते हैं, नहीं खोल देंगे। कई बार सोमवार भी बंद रही है। सवाल यह है भी 3 दिन अगर दुकान बंद रहेगी तो काम कित्थों चलेगा? अगर दुकान बंद रहेगी, पैसा नहीं आएगा, ग्राहक नहीं आउणगे, दुकान वेख के मुड़ जाएंगे। वो दोने भरा गुरबाणी का कीर्तन करते हैं और करते भी निष्काम ने, कोई पैसा नहीं लेंदे। वो कहते जे 3 दिन दुकान बंद रहेगी, जिन्ने गाहक 3 दिनों च नहीं आउंदे, जिदन खोलते हैं फिर मंगलवार उदों ज्यादा आ जाते हैं। देंदा दे लैंदे हक पाहे, देन वाला वो है। वो चाहे राज करा सकता, वो चाहे भिखारी बना सकता है। देन ये मन के एक भरम है। अच्छी गल है, टाइम सिर खुलनी चाहिए। विदेश कंट्रियां दे रूल्स ने,
कि टाइम ते खोलनी ते टाइम ते बंद करनी। पर इस चिंता च न रह जाइए भी शायद मैं जल्दी खोलांगा तो ज्यादा गाहक आ जाएंगे, लेट बंद करांगा तो ज्यादा कमाई हो जाएगी। जिन्ना उन्हें रखिया उन्ना ही देना है, जिन्नी उन्हें सीमा बना दी है। सतगुरु गुरु अर्जन साहब महाराज जी कहते हैं, ये वाहिगुरु तेरे नाम जपन वाले जिहड़े सतपुरुष ने, ये मैनू किते तेरे चरनां नाल जोड़ देण ते मैं धन्नवाद ते उन्हां दे गीत गायन करा, उन्हां दे चरण पकड़ लवां। चरण गहों पकों शुभ रसना दीजै प्राण कोर, मैं अपनी जिंद ते सवास भी भेटा कर दवां। तन मन काट काट सब अर्पी, विच अग्नि आप जलाए। महाराज साईं मियां मीर जी ने कहा सी, महाराज इदा नहीं हो सकता। ये किदां हो सकता भी कोई बंदा अपना तन कट के अर्पण कर दे। जिदन तत्ती तवी ते बैठे सी ना, महाराज ने फिर साईं मियां मीर जी ने कहा सी, जो तुसी लिखिया वो सच लिखिया है। आखो सतनाम श्री अज अखां दे सामने हो रहा है। सतगुरु महाराज कहते दीजे प्राण को संगत आई है काबल दी। हरमंदर साहब संगत ने पूछया, लंगर छक लिया, प्रशादा छक लिया, संगत ने बेनती करके सेवादार नूं पूछया भी गुरु अर्जन साहब महाराज जी कित्थे हन, उन्हां दे दर्शन नहीं होए, कई घंटे हो गए। सेवादार ने दस्या भी जिथे संगत ने जोड़े उतारे ने गुरु अर्जन साहब जी उत्थे साफ कर दे। आखो सतनाम श्री। संगत ने जाके देखा, महाराज आप जोड़े साफ कर। चरण गहों वकों शुभ रसना दीजे प्राण कोर। मैं कहना अज ते कोई पानी का गिलास नहीं पुछदा नाम जपण वालियां नूं प्राण देण दी ते बड़ी वड्डी गल है। वो कहंदे भाई साहब हेड ग्रंथी सानू फतेह बुलाण, असीं थोड़ी ना बुलाणी ना। आखो सतनाम श्री। ये निमरता है। बाबा बुढ़ा साहब जी की पदवी ते बैठे ग्रंथी ਸਿੰਘਾਂ ਦਾ सानू सत्कार करना चाहिए। रहाओ मन तन निर्मल करत क्यारो, हर सिंचै सुधा संजोर। मेरा मन जिहड़ा है, मेरा तन है, वो निर्मल क्यारा बन गया। कदों जदों मैं परमात्मा का नाम उहदे च सिंचिया। खेतीबाड़ी करते हैं असीं ते पंजाब दे रहण वाले, असीं साडी खुद की खेती, सानू पता है क्यारे। अजकल दे बच्चों नूं क्यारे दा नहीं पता। अजकल दे बच्चों नूं समझाना सुहागा की है, हल की है, यही ते उदाहरणां ने गुरबाणी च दित्तियां होईयां। जदों खेत दे विच क्यारे बनाए जाते हैं, फिर उस बीज सिंचिया जाता, उन्होंने कहते छट्टा दिता गया, फिर उंगरदा है वो। इसे तरह है भाई गुरु की संगत विच बैठ के अपना तन मन निर्मल कर, शरीर नूं क्यारा बना, नाम बीज संतोख सुहागा रख, गरीबी वेस। ये सतगुरु महाराज जी कहते हैं, या रस में मगन होत किरपा। जदों शरीर निर्मल हो गया, कंचन हो गया, ते मन दे अंदर फिर की है, रस पैदा हो जाएगा परमात्मा दे नाम दा। फिर विख्या जिहड़ा माया दा रस है वो खत्म हो जाएगा। दो रस हैं, एक नाम दा रस है, एक धन दा रस है। श्री राग महला पहला। लब कुत्ता कूड़ चूड़ा ठग खादा मुरदार, पर निंदा मलमुख सुधी अगन क्रोध चंडाल, रस कस आप सलाहना एह कर्म मेरे करता। बाबा बोलिए पत होए, उत्तम से दर उत्तम कहिए, नीच कर्म वह होए। रस सोना रस रूपा कामन, रस परमल की वास। रस घोड़े रस सेजा, रस मंदर रस मीठा मास। कहते ये खाण दे भी पदार्थ हैं। मास का भी रस है, पहनण का भी रस है, रूप का भी रस है, कई तरह के रस हैं। महाराज कहते सोना सेजा संगियां ते सोन का यह भी एक रस है। अच्छी गल है, घर बार अच्छे होने चाहिए। ये रस दसे महाराज ने, या रस में मगन होत किरपा ते महा विख्या ते तोर। दुनिया के रस जदों छड्ड जाणगे, उदों तेरे जीवन अंदर एक रस रहेगा, परमात्मा का नाम, वो सदीवी रहन वाला है। घोड़ियां का रस, धन का रस, रूप का रस, खाण का रस, ये सारे जद ये रस विसर गई, रस और है। जदों ये रस खत्म हो गए, फिर एक रस रह जाएगा, वो है परमात्मा के नाम का रस।
या रस में मगन होत किरपा ते महा विख्या ते तोर, फिर माया नालों मोह टुट जाएगा। आयो शरण दीन दुख भंजन, गरीबां दी रखिया करन वाले प्रभु मैं तेरी शरण विच आया, तू मेरी लाज रख लै, मैं तेरे दर ते आया हाँ। जो निमरता नाल ढह पैने ना गुरु दे दर ते, फिर गुरु नूं लाज रखनी पैंदी है। जो शरण आवे तिस कंठ लावे। आपां कल दी विचार कर रहे सी जिहड़े शरण च आ जांदे ने। खालसे दी शरण दे विच बीबी शरण कौर आई है, जिहदा नाम पहला शरनी सीगा, वो अमृत छक के हरशरण कौर बन गई सी। और इसे ही बीबी नूं जिथे आपां कल गल छड्डी सी, इत्थों आपां शुरू करांगे। प्यार नाल आखो सतनाम श्री। बीबी शरण कौर नूं चिट्ठी दित्ती गई है जमराउत के किले चों, और सरदार महा सिंह ने कहा भैणे तू स्त्री है, तू औरत है, तू चिट्ठी किदां लैके जाएंगी? बीबी ने खड़े होके आख्या सी वीरा, जिन्हां धीआं दी इज्जत चली जाती है वह मापे जींदे जी मर जाते, ते मेरी इज्जत का राखा गुरु का खालसा है। अगर मैनू अपनी जान की बाजी भी लानी पै जाए तो मैं परवाह नहीं करा। ਉਹਦੇ ਲਈ भेडू की खल मंगाई गई है, जानवर की। मुगलानी बेगमां का बुरका मंगाया गया। ये इतिहास पढ़ के देखो, एक किताब है 100 सिख बीबियां, भैणां लई खास करके बेनती है। किताब का टाइटल है 100 सिख, फिर पढ़ लो जी, 100 सिख बीबियां। सिर्फ 200 रुपए की किताब है। अज तो साडियां लाइब्रेरियां नूं अग्गां ला दित्तियां। अज तो साडे प्रबंधक लाइब्रेरियां च पईयां किताबां नूं रद्दी च वेच रहे ने। आखो सतनाम श्री। याद रखना, गूगल ते लिखे होए इतिहास कम नहीं आउणेगे। उत्थे बड़ियां गल्लां इदां दियां लिखियां होईयां ने। जे तुसीं पढ़ नहीं सकते, घट्टो घट्टो खजाना तां बचा के रख सकते हो। 1984 के अंदर ब्लू स्टार ऑपरेशन हुंदा हरमंदर साहब, लेकिन लाइब्रेरी का की कसूर सी? उन्होंने लाइब्रेरी नूं अग ला दी गई। कारण की सी? आउण वालियां पीढ़ियां ते नस्लां नूं इतिहास बारे पता ना लग सके। ये इतिहास ना पता लग सके। और एक संस्था है, मैं उसका नाम नहीं लेना चाहता, गुरुद्वारे दियां किताबां खरीद के अग ला रही है। सावरकर नूं पढ़ लो तुसीं। सावरकर ने गुरु नानक साहब जी के खिलाफ लिखिया है। आर्या समाजी दयानंद सरस्वती नूं पढ़ लो, उसने गुरु नानक साहब के खिलाफ लिखिया है। यानी दित सिंह की लिखी हुई किताब है मेरा अते दयानंद का संवाद, उहदे च बकायदा लिखिया होया है। तो इस करके किताबां जरूर घरां च रखो। जे पढ़न का शौक नहीं है तो घट्टो घट्ट पईयां रहणगियां, ते आउण वाले समय च तुहाडीआं पीढ़ियां तां इह गल मनणगियां ना कि साडे बजुर्ग अपने इतिहास नाल जुड़े हुए सी। ईसाई धर्म के प्रचारक बाइबल देण लई घर घर जा रहे हैं। साध संगत, सिख कहता है कि मैं बाइबल नूं नहीं मनदागा, हिंदू वीर कहता मैं बाइबल नूं नहीं मनदा, मुसलमान कहता मैं बाइबल नूं नहीं मनदा। वो कहते तुसीं नहीं मनदे कोई गल नहीं, लेकिन है तां धार्मिक ग्रंथ, तुसीं इस नूं घर रख लो। उन्हां दी जिहड़ी पॉलिसी है वो ये है कि जे तुसीं नहीं मनदे घर रख लो, लेकिन है तां धार्मिक ग्रंथ। अज तो 20 साल बाद तुहाडे बच्चे आउणगे, तुहाडे घर च बाइबल पई होएगी, किते ना किते उन्हां दे मन विच आएगा कि साडे पुरखे भी ईसाई धर्म नाल जुड़े हुए सीगे। गल ध्यान नाल समझना कि किते ना किते वो जुड़े हुए सीगे। अज तुसीं अपने घरां चों किताबां लिया के ते सिट जांदे हो, पर जिहड़े पढ़न वाले हन, जिहड़े बोलण वाले ने, सानूं पता कि उन्हां दी कदर की है। अज साडे किताबां खत्म हो गई। स्वर्ण सिंह अनमोल की गल तुहाडे सामने रखा। प्यार नाल आखो सतनाम श्री। अमृतसर अनाथ आश्रम च पढ़दा सी सरदार स्वर्ण सिंह अनमोल। गरीब परिवार का बच्चा सीगा। उसने एक अपना लैक्चर बड़ा दिता कमाल। सर्व धर्म सम्मेलन होया। सवार स्वर्ण सिंह ने, छोटी उम्र है, यंग एज है, बड़ा सुंदर लैक्चर दिता। ते उत्थे ईसाई पादरी आया होया सी। ईसाई पादरी बड़ा प्रभावित होया स्वर्ण सिंह के लैक्चर तो, उसनों अपना कार्ड दे गया। कहना स्वर्ण सिंह तू बहुत अच्छा बुलारा है, कि तू लंदन च पढ़ना चाहेगा, इंग्लैंड विच?
ਹੁਣ ਜੇ ਕੋਈ ਮੈਨੂੰ ਆਫਰ ਕਰੇ ਪੜਨ ਦਾ ਗਰੀਬ ਬੰਦੇ ਨੂੰ, ਤਾਂ ਅਗਲਾ ਤਾਂ ਕਹੇਗਾ ਨਾ ਮੈਂ ਪੜਾਂਗਾ ਜੀ। ਕਹਿੰਦਾ ਜੀ ਮੇਰੇ ਕੋਲ ਇੰਨੇ ਪੈਸੇ ਨਹੀਂ ਆ, ਮੈਂ ਇੰਗਲੈਂਡ ਵਿੱਚ ਪੜ ਸਕੂੰ। ਕਹਿੰਦੇ ਤੂੰ ਪੈਸੇ ਦੀ ਚਿੰਤਾ ਨਾ ਕਰ, ਪੈਸੇ ਅਸੀਂ ਖਰਚਾਂਗੇ। ਕਹਿੰਦਾ ਮੈਨੂੰ ਕਰਨਾ ਕੀ ਹੋਏਗਾ ਕਿ ਜਦੋਂ ਤੂੰ ਸਿੱਖ ਗੁਰਦੁਆਰਿਆਂ 'ਚ ਕਥਾ ਲੈਕਚਰ ਕਰਨ ਜਾਏਗਾ, ਤੂੰ ਇੱਕ ਹੀ ਗੱਲ ਆਖਣੀ ਹੈ ਕਿ ਈਸਾਈ ਧਰਮ ਬੜਾ ਚੰਗਾ ਹੈ। ਗੱਲ ਧਿਆਨ ਨਾਲ ਸੁਣਨਾ, ਸਵਰਨ ਸਿੰਘ ਅਨਮੋਲ ਦੀ ਲਿਖੀ ਹੋਈ ਕਿਤਾਬ ਹੈ। ਪਿਆਰ ਨਾਲ ਆਖੋ ਸਤਨਾਮ ਸ੍ਰੀ। ਕਹਿੰਦੇ ਤੂੰ ਕਰਨਾ ਕੁਝ ਨਹੀਂ, ਤੂੰ ਕੇਸ ਨਹੀਂ ਕੱਟਣੇਗੇ, ਤੂੰ ਸਿਰਫ ਇੱਕ ਕੰਮ ਕਰਨਾ ਹੈ ਕਿ ਜਦੋਂ ਤੂੰ ਲੈਕਚਰ ਦੇਣ ਜਾਣਾ ਹੈ ਉਦੋਂ ਇਹ ਕਹਿਣਾ ਈਸਾਈ ਧਰਮ ਬੜਾ ਚੰਗਾ ਹੈ। ਉਹਨੇ ਕਿਹਾ ਵੀ ਗੱਲ ਵੀ ਮਾੜੀ ਨਹੀਂ ਹੈ, ਸਾਰੇ ਧਰਮ ਹੀ ਅੱਛੇ ਹਨ। ਮਨ ਬਣਾ ਲਿਆ। ਉਹ ਆਪਣਾ ਐਡਰੈਸ ਦੇ ਗਿਆ ਸੀ, ਪਤਾ ਕਾਰਡ ਦੇ ਗਿਆ। ਸਵਰਨ ਸਿੰਘ ਆਸ਼ਰਮ ਤੋਂ ਜਾਣ ਲੱਗਿਆ ਉਹਨੇ 4 ਰੋਟੀਆਂ ਝੋਲੇ 'ਚ ਪਾ ਲਈਆਂ, ਅਚਾਰ, ਤਾਂ ਚਲਾ ਗਿਆ। ਬੱਸ ਪਕੜੀ, ਡਰੈਸ ਲੱਭ ਕੇ ਪਾਦਰੀ ਦੇ ਘਰ ਚਲਾ ਗਿਆ। ਉਸਨੇ ਡਰਾਇੰਗ ਰੂਮ 'ਚ ਬਿਠਾਇਆ। ਅੱਜ ਸਭ ਤੋਂ ਅੱਛੀਆਂ ਗੱਡੀਆਂ ਈਸਾਈ ਪ੍ਰੀਸਟ ਕੋਲ ਨੇ। ਅੱਜ ਸਭ ਤੋਂ ਅੱਛੇ ਸਕੂਲਾਂ ਦੇ ਵਿੱਚ ਈਸਾਈ ਪ੍ਰੀਸਟ ਦੇ ਬੱਚੇ ਪੜ੍ਹਦੇ ਨੇ। ਸਾਰੀਆਂ ਫੈਸਿਲਿਟੀਆਂ ਨੇ। ਮੈਨੂੰ 3 ਵਾਰ ਈਸਾਈਆਂ ਦਾ ਆਫਰ ਆ ਚੁੱਕਿਆ ਪੋਲੈਂਡ ਤੋਂ। ਆਖੋ ਸਤਨਾਮ ਸ੍ਰੀ। 3 ਵਾਰ ਆਫਰ ਆ ਗਿਆ। ਬਾਬਾ ਹਰਦੇਵ ਸਿੰਘ ਨਿਰੰਕਾਰੀ ਦਿੱਲੀ, ਉਹਨਾਂ ਦਾ 2 ਵਾਰ ਆਫਰ ਆ ਚੁੱਕਿਆ ਮੈਨੂੰ। ਇੱਕ ਵਾਰ ਗੁਜਰਾਤ 'ਚ ਆਇਆ ਸੀ, ਇੱਕ ਵਾਰ ਵਿਦੇਸ਼ ਵਿੱਚ ਆਇਆ ਹੈ। ਤੁਸੀਂ ਆਓ, ਤੁਹਾਨੂੰ ਸਭ ਕੁਝ ਦੇਵਾਂਗੇ, ਤੁਸੀਂ ਪ੍ਰਚਾਰ ਕਰੋ। ਮੈਂ ਇੱਕ ਹੀ ਗੱਲ ਆਖੀ ਸੀ ਵੀ ਅਸੀਂ ਆਪਣੀ ਜ਼ਮੀਰ ਨਹੀਂ ਵੇਚਦੇਗੇ। ਆਖੋ ਸਤਨਾਮ ਸ੍ਰੀ। ਬਾਜ਼ਾਰ ਦੇ ਵਿੱਚੋਂ ਸ਼ਿੰਗਾਰ ਮਿਲ ਸਕਦਾ ਹੈ, ਪਰ ਬਾਜ਼ਾਰ 'ਚੋਂ ਕਦੇ ਕਿਰਦਾਰ ਨਹੀਂ ਮਿਲਦਾਗਾ। ਤੇ ਜਿਨ੍ਹਾਂ ਦੀ ਜ਼ਮੀਰ ਨਹੀਂ ਵਿਕਦੀ, ਦੁਨੀਆ 'ਚ ਉਹਨਾਂ ਦੀ ਤਸਵੀਰ ਵਿਕਦੀ ਹੈ। ਇਹ ਗੱਲ ਯਾਦ ਰੱਖੋ। ਜਿਨ੍ਹਾਂ ਦੀ ਜ਼ਮੀਰ ਨਹੀਂ ਵਿਕਦੀ, ਉਹਨਾਂ ਦੀ ਤਸਵੀਰ ਵਿਕਦੀ। ਤੇ ਸਾਡੀ ਕੌਮ ਦੀ ਹਾਲਤ ਪਤਾ ਕੀ ਹੈ? ਜੇ ਇੱਕ ਭਰਾ ਅੱਗੇ ਜਾ ਰਿਹਾ ਹੋਵੇ ਤੇ 4 ਉਹਦੀਆਂ ਲੱਤਾਂ ਖਿੱਚਣ ਵਾਸਤੇ ਤਿਆਰ ਬੈਠੇ ਹੋਏ। ਇਹ ਅੱਗੇ ਕਿਉਂ ਚਲਾ ਗਿਆ? ਬਸ ਇਹੀ ਸੋਚ ਹੈ ਸਾਡੀ। ਤੇ ਸਾਧ ਸੰਗਤ, 1984 ਗੁਜਰਿਆਂ ਨੂੰ 39 ਸਾਲ ਹੋ ਗਏ ਨੇ। ਕਿੰਨੇ ਜੀ? 39 ਈਅਰ। ਕੀ ਇਨਸਾਫ ਮਿਲ ਗਿਆ ਤੁਹਾਨੂੰ? 39 ਸਾਲ ਬੀਤਣ ਤੋਂ ਬਾਅਦ ਇਨਸਾਫ ਮਿਲ ਗਿਆ ਦਿੱਲੀ ਵਾਲਿਆਂ ਨੂੰ? ਬੋਲੋ ਜੀ। ਨਹੀਂ ਮਿਲਿਆ। ਕੀ 39 ਸਾਲਾਂ 'ਚ ਤੁਸੀਂ ਲੋਕਾਂ ਨੂੰ ਲੰਗਰ ਖਵਾਉਂਦੇ ਰਹੇ? ਤੁਸੀਂ ਨਾਅਰੇ ਲਾਉਂਦੇ ਰਹੇ? ਕੋਈ IPS, ਕੋਈ ਇੰਜੀਨੀਅਰ, ਕੋਈ ਡਾਕਟਰ, ਕੋਈ ਜੱਜ, ਵਕੀਲ ਤੁਸੀਂ ਪੈਦਾ ਨਹੀਂ ਕਰ ਪਾਏਗੇ। ਦੂਜਿਆਂ ਨੂੰ ਖਵਾਉਣ ਦਾ ਠੇਕਾ ਅਸੀਂ ਲੈ ਲਿਆ ਕੌਮ ਨੇ। ਇਹ ਸੋਚਣ ਦਾ ਵਿਸ਼ਾ ਹੈ। ਅਗਰ ਤੁਹਾਨੂੰ ਇਤਰਾਜ਼ ਹੋਵੇ ਤੇ ਸਮਾਪਤੀ ਤੋਂ ਬਾਅਦ ਮੇਰੇ ਨਾਲ ਗੱਲ ਕਰ ਸਕਦੇ ਹੋ ਜੇ ਮੈਂ ਗਲਤ ਹੋਵਾਂ। ਕੀ 39 ਸਾਲ ਗੁਜ਼ਰਨ ਤੋਂ ਬਾਅਦ ਕੌਮ ਕੋਈ ਜੱਜ, ਕੋਈ ਵਕੀਲ ਪੈਦਾ ਨਹੀਂ ਕਰ ਸਕੀ ਕਿ ਜਿਹੜੀ ਤੁਹਾਨੂੰ ਜਸਟਿਸ ਦਿਵਾ ਸਕਦਾ ਹੋਵੇ? ਜਿਹੜੇ ਰੱਜੇ ਸੀ ਤੁਸੀਂ ਉਹਨਾਂ ਦੇ ਮੂੰਹ 'ਚ ਬੁਰਕੀਆਂ ਪਾਈਆਂ, ਭੁੱਖਿਆਂ ਦੇ ਘਰਾਂ 'ਚ ਤੁਸੀਂ ਨਹੀਂ ਗਏ। ਆ ਦਿੱਲੀ ਦੀਆਂ ਵਿਧਵਾ ਕਲੋਨੀਆਂ 'ਚ ਜਾ ਕੇ ਵੇਖ ਲਓ, ਮੇਰਾ ਖਿਆਲ ਕਿਸੇ ਨੇ ਸਾਰ ਨਹੀਂ ਲਈ ਹੋਣੀ ਜਾ ਕੇ ਕੌਮ। ਆਖੋ ਸਤਨਾਮ ਸ੍ਰੀ। ਵਿਸ਼ੇ ਵੱਲ ਫਿਰ ਵਾਪਸ ਆਵਾਂ। ਦਰਦ ਹੈ, ਜੇ ਸਮਝੀਏ ਤੇ ਕੌਮ ਦਾ ਦਰਦ ਹੈ, ਨਹੀਂ ਤੇ ਗੱਲਾਂ ਹੀ ਨੇ, ਹੋਰ ਕੁਝ ਵੀ ਨਹੀਂ ਹੈ। ਆਖਰੀ ਦੀਵਾਨ ਹੈ, ਮੈਂ ਆਪਣੇ ਘਰ ਚਲਾ ਜਾਣਾ, ਤੁਸੀਂ ਆਪਣੇ ਘਰ ਚਲਾ ਜਾਣਾ ਹੈ। ਤੇ ਜੇ ਮੈਂ ਸੋਚਾਂ ਵੀ ਮੈਂ ਕੀ ਲੈਣਾ ਦੇਣਾ, ਤੇ ਗੱਲ ਖਤਮ ਹੋ ਜਾਣੀ ਹੈ। ਮੰਨਦੇ ਨਹੀਂ ਇਤਿਹਾਸ ਕਦੇ ਇਸ ਗੱਲੋਂ ਕਿ ਅਸੀਂ ਬਹੁਤੇ ਰਾਜਿਆਂ ਦੇ ਪੂਰ ਜੰਮੇ। ਆਉਣ ਵਾਲੀਆਂ ਨਸਲਾਂ ਨੇ ਪੁੱਛਣਾ ਹੈ। ਆਉਣ ਵਾਲੀਆਂ, ਬੋਲੋ ਜੀ,